ਕਲਾਕਾਰ ਭਾਈਚਾਰੇ ਦੇ ਵਿੱਚ ਲਕੀਰ ਖਿੱਚੀ ਜਾ ਰਹੀ ਹੈ ਜਾਂ ਕਲਾਕਾਰ ਭਾਈਚਾਰਾ ਇੱਕ ਦੂਜੇ ਤੋਂ ਦੂਰ ਹੋ ਰਿਹਾ ਹੈ। ਕਲਾਕਾਰ ਭਾਈਚਾਰਾ ਕੀ ਕਰ ਰਿਹਾ ਇਟਸ ਨਾਟ ਇੰਪੋਰਟੈਂਟ। ਮਸਲਾ ਸਾਡੀ ਧਰਤੀ ਦਾ, ਮਸਲਾ ਸਾਡੇ ਕਿਸਾਨਾਂ ਦਾ, ਮਸਲਾ ਸਾਡੇ ਨੌਜਵਾਨਾਂ ਦਾ। ਤੁਸੀਂ ਕੱਲ ਆਪਣੇ ਲਾਈਵ ਦੇ ਵਿੱਚ ਕਿਹਾ ਕਿ ਤੁਹਾਡੇ ਤੇ ਤੋਹਮਤਾਂ ਲੱਗਦੀਆਂ ਨੇ ਕਿ ਤੁਸੀਂ ਆਰਐਸਐਸ ਦੇ ਬੰਦੇ ਨੂੰ। ਇਹ ਬੰਦੇ ਕੌਣ ਨੇ ਜਿਹੜੇ ਤੁਹਾਡੇ ਤੇ ਤੋਹਮਤਾਂ ਲਗਾਉਂਦੇ ਨੇ ਕਿ ਤੁਸੀਂ ਆਰਐਸਐਸ ਦੇ ਹੋ? ਇਹ ਪੁਰਾਣੇ ਤਗਮੇ ਆ। ਜਿਹੜਾ ਬੰਦਾ ਸਵਾਲ ਪੁੱਛਦਾ, ਜਿਹੜਾ ਬੰਦਾ ਕਹਿੰਦਾ ਕਿਸਾਨ ਯੂਨੀਅਨਸ ਨੂੰ ਵੀ ਕੋਈ ਬੰਦ ਕਮਰਿਆਂ 'ਚ ਮੀਟਿੰਗਾਂ ਨਾ ਕਰਿਓ ਪਲੀਜ਼। ਬੰਦ ਕਮਰਿਆਂ 'ਚ ਮੀਟਿੰਗਾਂ ਕਰਨ ਵਾਲੇ ਲੋਕ ਹੈਗੇ ਕੌਣ ਨੇ? ਜੋ ਇਹ ਸੋਚ ਰਹੇ ਆ ਵੀ ਸਾਡਾ ਗਲਬਾ ਇਸ ਪੂਰੀ ਮੂਵਮੈਂਟ ਤੇ ਉਹਨਾਂ ਨੂੰ ਹੋ ਸਕਦਾ ਬਿਠਾਵੇ। ਜੇ ਅਸੀਂ ਪੁਰਾਣੇ ਰੀਤਾਂ ਰਿਵਾਜਾਂ ਜਾਂ ਉਹ ਸਿਸਟਮ ਨੂੰ ਚੁਣੌਤੀ ਨਹੀਂ ਦੇਵਾਂਗੇ ਨਾ, ਨਿਕਲਣਾ ਇਸ ਸੰਘਰਸ਼ 'ਚੋਂ ਵੀ ਕੁਛ ਨਹੀਂ। ਮੈਂ ਤਾਂ ਆਪਦੀ ਧਰਤੀ ਲਈ, ਆਪਦੇ ਲੋਕਾਂ ਲਈ ਲੜੀ ਜਾਂਦਾ। ਮੇਰੀ ਵਫਾਦਾਰੀ ਮੇਰੇ ਲੋਕਾਂ ਨਾਲ ਆ, ਮੇਰੀ ਧਰਤੀ ਨਾਲ ਆ। ਉਦੋਂ ਬਾਅਦ ਕੋਈ ਵਰਗ, ਉਦੋਂ ਬਾਅਦ ਕੋਈ ਬੰਦਾ ਆਉਂਦਾ। ਹੁਣ ਕੋਈ ਕੀ ਕਹਿੰਦਾ ਇਹ ਕੋਈ ਬਾਲੀ ਮਾਇਨੇ ਨਹੀਂ ਰੱਖਦੀ ਗੱਲ। ਪਹਿਲਾਂ ਏਕਮਕਾਰ ਵਾਇਆ, ਉਦੋਂ ਬਾਅਦ ਲਿਖੀ ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਜ਼ਖਮੀ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਕਦਮ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਇਸਤਕਬਾਲ ਕਰਦਾ। ਰਾਹਤ इंदौरी साहब कहते ने कि खिलाफ होते हैं होने दो, जाम थोड़ी है ये सब, धुआं है आसमान थोड़ी है। एक लहर चलती पई है सोशल मीडिया ते, वो लहर है शंभू मोर्चे दी, वो लहर है किसानी मोर्चे दी, वो लहर है केंद्र दी सरकार दे खिलाफ। लेकिन एक होर लहर जिहड़ी हैगी है किते ना किते जगह बनाउंदी होई नज़र आंदी पई है। वो लहर है कि आपस दे विच या कलाकारां दे भाईचारे दे विच कोई लकीर खिੱਚੀ जा रही है या दूरियां बनदियां पईयां ने। मैं शंभू मोर्चे ते मौजूद हाँ। दीप सिद्धू जी मेरे नाल ने, इन्हां दे नाल तफसील दे नाल गलबात करन दी कोशिश करते हैं कि ये पूरा माहौल है की है। दीप जी एक चीज़ दसो, एक लहर चलती पई सीगी सोशल मीडिया ते हाले भी चलती पई है बुलंद तरीके दे नाल, लेकिन कल तो बाद एक लहर ने होर जन्म लिता है सोशल मीडिया ते। उस लहर दे विच कहा यह जा रहा है कि कलाकार भाईचारे दे विच लकीर खिੱਚੀ जा रही है या कलाकार भाईचारा एक दूजे तो दूर हो रहा है। ਛੱਡੋ ਕਲਾਕਾਰ ਭਾਈਚਾਰਾ ਕੀ ਕਰ ਰਿਹਾ, ਉਹ ਮਸਲਾ ਨਹੀਂ ਆ। ਛੱਡੋ ਕਿਹੜੀ ਲਕੀਰ ਖਿੱਚੀ ਜਾ ਰਹੀ ਆ, ਉਹ ਮਸਲਾ ਨਹੀਂ ਆ। ਮਸਲਿਆਂ ਤੇ ਆਓ, ਸਮਝੋ ਗੱਲ ਕੀ ਆ। ਮਸਲਾ ਸਾਡੀ ਧਰਤੀ ਦਾ, ਮਸਲਾ ਸਾਡੇ ਕਿਸਾਨਾਂ ਦਾ, ਮਸਲਾ ਸਾਡੇ ਨੌਜਵਾਨਾਂ ਦਾ, ਮਸਲਾ ਸਾਡੇ ਲੋਕਾਂ ਦਾ, ਸਾਡੇ ਮਜ਼ਦੂਰਾਂ ਦਾ, ਹਰ ਵਰਗ ਦਾ। ਅਸੀਂ ਗੱਲ ਉਹ ਕਰੀਏ ਕਲਾਕਾਰ ਭਾਈਚਾਰਾ ਕੀ ਕਰ ਰਿਹਾ ਇਟਸ ਨਾਟ ਇੰਪੋਰਟੈਂਟ। ਉਹੀ ਤਾਂ ਦਿੱਕਤ ਹੈ ਨਾ ਕਿ ਵਾਈ ਇਟਸ ਨਾਟ ਇੰਪੋਰਟੈਂਟ। ਜਦੋਂ ਅਸੀਂ ਗੱਲ ਸ਼ੁਰੂ ਕੀਤੀ ਸੀਗੀ ਤਾਂ ਇੱਕ ਸੰਦੇਸ਼ ਆਇਆ ਸੀਗਾ ਪੂਰੇ ਸਮਾਜ ਦੇ ਵਿੱਚ ਕਿ ਕਲਾਕਾਰ ਭਾਈਚਾਰਾ ਇਕੱਠੇ ਹੋ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਲੇਕਿਨ ਜਦੋਂ ਕਲਾਕਾਰਾਂ ਦੇ ਵਿੱਚ ਹਲਕੀ ਬਹੁਤ ਮੈਂ ਦਾ ਇਸ਼ੂ ਆ ਜਾਂਦਾ ਉਦੋਂ ਫਿਰ ਸਿੱਧੂ ਜੀ ਇਸ ਨੂੰ ਕਿਵੇਂ ਅਲੱਗ ਕੀਤਾ ਜਾ ਸਕਦਾ ਇਸ ਤੋਂ? ਬਾਈ ਜੀ ਮੈਂ ਦਾ ਇਸ਼ੂ ਜਾਂ ਵਖਰੇਵੇਂ ਆ ਵਿਚਾਰਾਂ ਦੇ, ਉਹ ਸਾਰੇ ਕਿਤੇ ਹੀ ਰਹਿਣਗੇ। ਕਲਾਕਾਰ ਭਾਈਚਾਰਾ ਅੱਜ ਵੀ ਕਹਿ ਰਿਹਾ ਅਸੀਂ ਕਿਸਾਨਾਂ ਲਈ ਲੜਾਂਗੇ, ਤਾਂ ਫਿਰ ਜਿੱਥੇ ਜਿੱਥੇ ਜਿਹੜਾ ਬੰਦਾ ਕਿਸੇ ਆਪਦੇ ਢੰਗ 'ਚ ਲੜ ਰਿਹਾ ਉਹਨੂੰ ਹੱਲਾਸ਼ੇਰੀ ਦਿਓ, ਉਸ ਬੰਦੇ ਦੇ ਨਾਲ ਖੜੋ। ਇਸ ਕਰਕੇ ਕੋਈ ਲਕੀਰ ਕਲਾਕਾਰਾ ਭਾਈਚਾਰਾ ਵੱਖ ਹੋ ਗਿਆ ਇਹ ਕੋਈ ਇਸ਼ੂ ਹੀ ਨਹੀਂ ਆ, ਕੋਈ ਵੱਖ ਨਹੀਂ ਆ। ਹਰ ਬੰਦਾ ਆਪਦੇ ਥਾਂ ਤੇ ਆਪਦੇ ਮੋਰਚਿਆਂ ਤੇ ਲੜੀ ਜਾਂਦਾ, ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਆ। ਹਰ ਬੰਦਾ ਸ਼ਮੂਲੀਅਤ ਕਰੇ, ਸਾਡੀ ਸਾਂਝੀ ਲੜਾਈ ਆ, ਪੰਜਾਬ ਦੀ ਹੋਂਦ ਦੀ ਲੜਾਈ ਆ। ਇੰਨੀ ਕੀ ਗੱਲ ਆ ਬਾਈ। ਦੀਪ ਜੀ ਇੱਕ ਚੀਜ਼ ਦੱਸੋ, ਤੁਸੀਂ ਕੱਲ ਆਪਣੇ ਲਾਈਵ ਦੇ ਵਿੱਚ ਕਿਹਾ ਕਿ ਤੁਹਾਡੇ ਤੇ ਤੋਹਮਤਾਂ ਲੱਗਦੀਆਂ ਨੇ ਕਿ ਤੁਸੀਂ ਆਰਐਸਐਸ ਦੇ ਬੰਦੇ ਨੂੰ। ਇਹ ਬੰਦੇ ਕੌਣ ਨੇ ਜਿਹੜੇ ਤੁਹਾਡੇ ਤੇ ਤੋਹਮਤਾਂ ਲਗਾਉਂਦੇ ਨੇ ਕਿ ਤੁਸੀਂ ਆਰਐਸਐਸ ਦੇ ਹੋ? ਬਾਈ ਜੀ ਜਦੋਂ ਤੁਸੀਂ ਸਿਸਟਮ ਨੂੰ ਚੁਣੌਤੀ ਦਿੰਦੇ ਹੋ ਨਾ, ਇਹ ਪੁਰਾਣੇ ਤਗਮੇ ਆ। ਜਿਹੜਾ ਬੰਦਾ ਸਵਾਲ ਪੁੱਛਦਾ, ਜਿਹੜਾ ਬੰਦਾ ਕਹਿੰਦਾ ਕਿਸਾਨ ਯੂਨੀਅਨਸ ਨੂੰ ਵੀ ਕੋਈ ਬੰਦ ਕਮਰਿਆਂ 'ਚ ਮੀਟਿੰਗਾਂ ਨਾ ਕਰਿਓ ਪਲੀਜ਼। ਅਸੀਂ ਬੇਨਤੀ ਕਰਦੇ ਹਾਂ ਸੰਗਤ ਦੇ ਫੈਸਲੇ ਲਿਓ, ਹੱਕਾਂ ਦੇ, ਲੋਕਾਂ ਦੇ ਹੱਕਾਂ ਦੇ ਫੈਸਲੇ ਲਿਓ। ਬੰਦ ਕਮਰਿਆਂ 'ਚ ਮੀਟਿੰਗਾਂ ਕਰਨ ਵਾਲੇ ਲੋਕ ਹੈਗੇ ਕੌਣ ਨੇ? ਹੁਣ ਜੇ 31 ਕਿਸਾਨ ਜਥੇਬੰਦੀਆਂ
31 ਦੇ ਥਾਨ ਜਥੇਬੰਦੀਆਂ ਨਾਲ ਜੇ ਸਰਕਾਰ ਗੱਲ ਕਰੂਗੀ ਤਾਂ ਉਹਨਾਂ ਨੂੰ ਹੀ ਬਿਠਾਊਗੀ ਜੋ ਇਸ ਮੂਵਮੈਂਟ ਨੂੰ ਸੰਭਾਲ ਕੇ ਆਪਦੇ ਕੋਲੇ ਚੱਲ ਰਹੇ ਆ, ਜੋ ਇਹ ਸੋਚ ਰਹੇ ਆ ਵੀ ਸਾਡਾ ਗਲਬਾ ਇਸ ਪੂਰੀ ਮੂਵਮੈਂਟ ਤੇ, ਉਹਨਾਂ ਨੂੰ ਹੋ ਸਕਦਾ ਬਿਠਾਵੇ ਜਾਂ ਪੋਲੀਟੀਕਲ ਲੀਡਰਸ ਨੂੰ ਬਿਠਾਵੇ। ਜਦੋਂ ਤੁਸੀਂ ਬੰਦ ਕਮਰਿਆਂ 'ਚ ਸਰਕਾਰਾਂ ਨਾਲ ਮੀਟਿੰਗਾਂ ਕਰਨ ਲੱਗ ਜਾਂਦੇ ਹੋ 50% ਅੰਦੋਲਨ ਤਾਂ ਖਤਮ ਉੱਥੇ ਹੀ ਹੋ ਜਾਂਦਾ। ਸੋ ਇਸ ਕਰਕੇ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਸਾਨੂੰ ਚੈੱਕਸ ਐਂਡ ਬੈਲੈਂਸਸ ਚਾਹੀਦੇ ਆ। ਪੁਰਾਣੇ ਹਿਸਾਬ 'ਚ ਅੰਦੋਲਨ ਨਾ ਵੇਚੇ ਜਾਣ, ਮੋਰਚੇ ਨਾ ਵੇਚੇ ਜਾਣ। ਸੰਗਤ ਦਾ, ਲੋਕਾਂ ਦੇ ਮਨਾਂ ਦਾ ਗੁੱਸੇ ਦਾ ਪ੍ਰਗਟਾਵਾ ਹੋਇਆ ਜੋ ਬਾਹਰ ਆਇਆ, ਉਹਨੂੰ ਆਈਨਾ ਦੇ ਦਿੱਤਾ ਜਾਵੇ। ਲੋਕ ਹਿੱਤ ਦੀ ਗੱਲ ਹੋਣੀ ਚਾਹੀਦੀ ਆ। ਜਸ ਜੀ ਸੋਸ਼ਲ ਮੀਡੀਆ ਤੇ ਜੇ ਦੇਖਿਆ ਜਾਵੇ ਜਾਂ ਮਾਹੌਲ ਨੂੰ ਦੇਖਿਆ ਜਾਵੇ ਤਾਂ ਇੱਕ ਮਾਹੌਲ ਇੱਕ ਇਹੋ ਜਿਹਾ ਪੈਦਾ ਹੋ ਰਿਹਾ ਹੈ ਕਿ ਲੋਕ ਸੋਚਦੇ ਪਏ ਨੇ ਕਿ ਟਕਰਾਰ ਦੀ ਸਿਚੁਏਸ਼ਨ ਪੈਦਾ ਹੋ ਚੁੱਕੀ ਹੈ ਜਸ ਬਾਜਵਾ ਤੇ ਦੀਪ ਸਿੱਧੂ ਦੇ ਵਿੱਚ। ਉਹਦੀ ਕੀ ਕਲੈਰੀਫਿਕੇਸ਼ਨ ਹੈ ਤੁਹਾਡੇ ਵੱਲੋਂ? ਮੈਨੂੰ ਨਹੀਂ ਪਤਾ ਜੀ ਕਿਹੜਾ, ਕਿਉਂਕਿ ਇੱਕ ਪੋਸਟ ਜਸ ਬਾਜਵਾ ਨੇ ਕੱਲ ਪਾਈ ਹੈ, ਉਸ ਤੋਂ ਬਾਅਦ ਉਹ ਸ਼ੰਭੂ ਮੋਰਚੇ ਤੇ ਨਹੀਂ ਪਹੁੰਚੇ ਜਦ ਕਿ ਉਹ ਤੁਹਾਡੇ ਨਾਲ ਪ੍ਰੈਸ ਕਾਨਫਰੰਸ 'ਚ ਸੀਗੇ। ਲੋਕ ਇਹ ਸੋਚਦੇ ਪਏ ਨੇ ਕਿ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਲਖੀ ਪੈਦਾ ਹੋ ਚੁੱਕੀ ਹੈ। ਨਹੀਂ, ਮੈਨੂੰ ਉਹਨਾਂ ਦੀ ਪੋਸਟ ਬਾਰੇ ਨਹੀਂ ਪਤਾ, ਪਰ ਮੈਂ ਇਹੀ ਕਹੂੰਗਾ ਜਿੱਥੇ ਉਹ ਲੱਗੇ ਆ ਲੜੀ ਜਾਣ ਬਾਈ, ਅਸੀਂ ਨਾਲ ਆ, ਕਿਸਾਨਾਂ ਦੇ ਵੀ ਨਾਲ ਆ, ਪਰ ਪੁਰਾਣੇ ਸਿਸਟਮ ਨੂੰ ਚੁਣੌਤੀ ਦੇਣੀ ਪਊਗੀ, ਸਪਸ਼ਟਤਾ ਰੱਖਣੀ ਪਊਗੀ। ਜੇ ਅਸੀਂ ਪੁਰਾਣੇ ਰੀਤਾਂ ਰਿਵਾਜਾਂ ਜਾਂ ਉਹ ਸਿਸਟਮ ਨੂੰ ਚੁਣੌਤੀ ਨਹੀਂ ਦੇਵਾਂਗੇ ਨਾ, ਨਿਕਲਣਾ ਇਸ ਸੰਘਰਸ਼ 'ਚੋਂ ਵੀ ਕੁਛ ਨਹੀਂ। ਮੈਂ ਤਾਂ ਆਪਦੀ ਧਰਤੀ ਲਈ, ਆਪਦੇ ਲੋਕਾਂ ਲਈ ਲੜੀ ਜਾਂਦਾ। ਮੇਰੀ ਵਫਾਦਾਰੀ ਮੇਰੇ ਲੋਕਾਂ ਨਾਲ ਆ, ਮੇਰੀ ਧਰਤੀ ਨਾਲ ਆ। ਉਦੋਂ ਬਾਅਦ ਕੋਈ ਵਰਗ, ਉਦੋਂ ਬਾਅਦ ਕੋਈ ਬੰਦਾ ਆਉਂਦਾ, ਹੁਣ ਕੋਈ ਕੀ ਕਹਿੰਦਾ ਇਹ ਕੋਈ ਬਾਲੀ ਮਾਇਨੇ ਨਹੀਂ ਰੱਖਦੀ ਗੱਲ। ਸਿੱਧੂ ਜੀ ਇੱਕ ਚੀਜ਼ ਮੈਨੂੰ ਇਹ ਦੱਸੋ, ਕੱਲ ਤੁਸੀਂ ਇੱਕ ਚੀਜ਼ ਕਹੀ ਕਿ ਪੁਰਾਣੇ ਤਰੀਕਿਆਂ ਦੇ ਨਾਲ ਸੰਘਰਸ਼ ਨਹੀਂ ਜਿੱਤਿਆ ਜਾ ਸਕਦਾ, ਰੇਲਾਂ ਰੋਕਣ ਦੇ ਨਾਲ ਸੰਘਰਸ਼ ਨਹੀਂ ਜਿੱਤਿਆ ਜਾ ਸਕਦਾ, ਲੇਕਿਨ ਕਿਹਾ ਇਹ ਵੀ ਜਾਂਦਾ ਕਿ 올ਡ ਇਜ਼ 골ਡ। ਪੁਰਾਣੇ ਬਜ਼ੁਰਗ ਜਿਹੜੇ ਹੈਗੇ ਨੇ, ਉਹਨਾਂ ਦੇ ਤਰੀਕੇ ਜਿਹੜੇ ਹੈਗੇ ਨੇ, ਉਹਨਾਂ ਦੇ ਤਜਰਬੇ ਜਿਹੜੇ ਹੈਗੇ ਨੇ, ਉਹ ਅਪਣਾਏ ਗਏ ਨੇ। ਤੁਹਾਡੇ ਕਿਹੜੇ ਨਵੇਂ ਤਰੀਕੇ ਹੈਗੇ ਨੇ, ਕਿਹੜੇ ਨਵੇਂ ਪ੍ਰੋਗਰੈਸਿਵ ਸੋਚ ਹੈਗੀ ਹੈ ਤੁਹਾਡੀ, ਉਹਦੇ ਨਾਲ ਥੋੜਾ ਜਿਹਾ ਜਾਣੂ ਕਰਾਓ। ਬਾਈ ਜੀ, ਇਹ ਜਿਹੜੀਆਂ ਪੁਰਾਣੀਆਂ ਧਾਰਨਾਵਾਂ ਨਾ, ਜਿਹੜੀ ਪਹਿਲਾਂ ਕਨਵੈਨਸ਼ਨ ਬਣਾ ਦਿੱਤੀ ਜਾਂਦੀ ਆ, ਫਿਰ ਕਾਮਨ ਸੈਂਸ ਬਣਾ ਦਿੱਤੀ ਜਾਂਦੀ ਆ। 올ਡ ਇਜ਼ 골ਡ, ਡੂ ਨਾਟ ਟੇਕ ਇਟ ਐਜ਼ ਇਟ ਇਜ਼। ਠੀਕ ਆ, ਗੱਲ ਆਏ ਆ, ਜੇ ਧਾਰਨਾਵਾਂ ਹੀ ਤੁਹਾਨੂੰ ਡਰਾਈਵ ਕਰਨਗੀਆਂ ਸਾਰੀ ਜ਼ਿੰਦਗੀ, ਫਿਰ 17 ਸਾਲਾਂ ਤੋਂ ਅਸੀਂ ਜਿੱਥੋਂ ਤੁਰੇ ਸੀ, ਅੱਜ ਪੰਜਾਬ ਬਹੁਤ ਵਧੀਆ, ਸਾਡਾ ਸਮਾਜ ਬਹੁਤ ਵਧੀਆ। ਫਿਰ ਤੁਸੀਂ ਕਹੋ ਰੇਲਾਂ ਰੋਕਣ ਨਾਲ, ਮੈਂ ਇਹ ਨਹੀਂ ਕਹਿੰਦਾ ਰੇਲਾਂ ਨਾ ਰੋਕੋ, ਮੈਂ ਇਹ ਨਹੀਂ ਕਹਿੰਦਾ ਤੁਸੀਂ ਆਪਦੇ ਪ੍ਰੋਟੈਸਟ ਨਾ ਕਰੋ, ਮੈਂ ਇਹ ਕਹਿੰਦਾ ਕੋਈ ਸਿਸਟਮ ਇਹੋ ਜਿਹਾ ਪੈਦਾ ਕਰੋ ਜਿੱਥੇ ਅਸਲ ਤੌਰ ਤੇ ਲੋਕਾਂ ਦਾ ਭਲਾ ਹੋ ਸਕੇ। ਜੇ ਪੁਰਾਣੇ ਸਿਸਟਮ ਨੇ ਲੋਕਾਂ ਦਾ ਭਲਾ ਨਹੀਂ ਕੀਤਾ, ਲੋਕਾਂ ਦਾ ਸ਼ੋਸ਼ਣ ਕੀਤਾ, ਲੋਕਾਂ 'ਚ ਵੰਡ, ਦਰਜਾ ਬਦਰਜੀ, ਊਚ ਨੀਚਤਾ ਪਾਤੀ, ਕਿਸਾਨ ਖੁਦਕੁਸ਼ੀਆਂ ਕਰਨ ਲੱਗ ਗਏ। ਕਿੱਡਾ ਸਬਰ ਸੰਤੋਖ ਹੁੰਦਾ ਸੀ ਸਾਡੇ ਕਿਸਾਨ 'ਚ। ਮਜ਼ਦੂਰ, ਸਾਡੇ ਪਰਿਵਾਰ ਮਜ਼ਦੂਰ ਉਵੇਂ ਹੀ ਹੁੰਦੇ ਸੀ, ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਜਾਤ ਪਾਤ ਕੀ ਆ। ਫਿਰ ਅਸੀਂ ਜਿਸ ਤਰ੍ਹਾਂ ਦਾ ਸਮਾਜ ਸਿਰਜ ਰਹੇ ਆ, ਜੇ ਉੱਥੇ ਅਸੀਂ ਇਸੇ ਨੂੰ ਮੰਨ ਕੇ ਬਹਿ ਗਏ 올ਡ ਇਜ਼ 골ਡ, ਫਿਰ ਕੁਛ ਨਹੀਂ ਹੋਣਾ। ਬਾਈ ਜੀ, ਨਵੀਂ ਪਰਿਭਾਸ਼ਾ ਕੀ ਹੈ 올ਡ ਇਜ਼ 골ਡ ਤੋਂ ਇਲਾਵਾ? ਤੁਹਾਡੀ ਪਰਿਭਾਸ਼ਾ ਕੀ ਹੈ? 올ਡ ਇਜ਼ 골ਡ ਤਾਂ ਚੱਲਦਾ ਆ ਰਿਹਾ, ਬਚਪਨ ਤੋਂ ਸਿਖਾਇਆ ਜਾਂਦਾ ਬੱਚਿਆਂ ਨੂੰ ਵੀ, ਤੁਸੀਂ ਕੀ ਕਹਿੰਦੇ ਹੋ? ਮੈਂ ਤਾਂ ਸਿਰਫ ਇੱਕੋ ਹੀ ਗੱਲ ਜਾਣਦਾ ਵੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਰਬੱਤ ਦਾ ਭਲਾ ਸਿਖਾਇਆ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸਬਰ ਸੰਤੋਖ ਸਿਖਾਇਆ, ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿਦਿਆ ਵਿਚਾਰੀਤਾ ਪਰਉਪਕਾਰ ਦਾ ਉਪਦੇਸ਼ ਦਿੱਤਾ। ਵਿਦਿਆ ਲੋਕਾਂ ਲਈ ਬਣੀ ਆ, ਨਾ ਕਿ ਮੈਂ ਵਿਦਿਆ ਲੈ ਕੇ ਵਕੀਲ ਬਣ ਕੇ ਤੇ ਲੱਖਾਂ ਰੁਪਈਆ ਕਮਾ ਕੇ ਆਪਦੇ ਬੈਂਕ ਬੈਲੈਂਸ ਨੂੰ ਸਟਰੋਂਗ ਕਰਕੇ ਤੇ ਮੁੜ ਕੇ ਲੋਕਾਂ ਦੀ ਗੱਲ ਹੀ ਨਾ ਪੁੱਛਾਂ। ਸਾਨੂੰ ਕਿਤੇ ਨਾ ਕਿਤੇ ਆ ਕੇ ਸੁਸਾਇਟੀ ਨੂੰ ਵਾਪਸ ਦੇਣੀ ਪੈਂਦੀ ਆ ਜੋ ਸਾਨੂੰ ਸਮਾਜ ਦਿੰਦਾ। ਸਾਨੂੰ ਜੇ ਸਰਬੱਤ ਦੇ ਭਲੇ ਨੂੰ ਸਮਝਦੇ ਆ ਤਾਂ ਸਾਨੂੰ ਇਹੋ ਜੀ ਸੋਚ ਰੱਖਣੀ ਪਊਗੀ ਜਿੱਥੇ ਹਰ ਤਰ੍ਹਾਂ ਦਾ ਵਰਗ, ਹਰ ਤਰ੍ਹਾਂ ਦਾ ਵਿਅਕਤੀ ਸੁਰੱਖਿਅਤ ਮਹਿਸੂਸ ਕਰੇ। ਇਹੋ ਜਿਹਾ ਸਮਾਜ ਸਿਰਜਣਾ ਪਊਗਾ ਜਿੱਥੇ ਵੰਨ ਸਵੰਨਤਾ ਹੋਵੇ, ਬਹੁ ਕੌਮੀਅਤ ਦੀ ਵੰਨ ਸਵੰਨਤਾ ਹੋਵੇ, ਕਲਚਰਲ ਡਾਇਵਰਸਿਟੀ, ਬਾਇਓ ਡਾਇਵਰਸਿਟੀ ਨੂੰ ਇਕੁਅਲ ਮਾਣ ਸਨਮਾਨ ਦਿੱਤਾ ਜਾਣਾ ਚਾਹੀਦਾ। ਗਲਬੇ ਨਾ ਪਾਈਏ ਅਸੀਂ, ਸੋਚਾਂ ਦੇ ਗਲਬੇ, ਜਾਂ ਰਾਜਨੀਤਿਕ ਪਾਰਟੀਆਂ ਆਪਦੀ ਵਿਚਾਰਧਾਰਾ ਦੇ ਗਲਬੇ ਪਾਉਂਦੀਆਂ। ਇਨਸਾਨੀਅਤ ਨੂੰ ਸਮਝ ਕੇ ਚੱਲਾਂਗੇ ਤੇ ਅਸੀਂ ਕੋਈ ਚੰਗਾ ਸਮਾਜ ਸਿਰਜ ਜਾਵਾਂਗੇ। ਜੇ ਅਸੀਂ ਕਿਰਦਾਰਾਂ ਨੂੰ ਡੇਗ ਲਿਆ ਨਾ ਆਪਦੇ, ਜੇ ਸਾਡੇ 'ਚ ਇਖਲਾਕ ਨਹੀਂ ਰਹੇ, ਜੇ ਸਾਡੇ 'ਚ ਤਹਿਜ਼ੀਬ ਨਹੀਂ ਰਹੀ, ਸਾਡੇ 'ਚ ਲਿਆਕਤ ਨਹੀਂ ਰਹੀ, ਤਰੀਕਾ ਸਲੀਕਾ ਨਹੀਂ ਰਿਹਾ,
ਭਾਸ਼ਾ ਨਹੀਂ ਰਹੀ ਸਹੀ। ਔਰ ਅਸੀਂ ਤੂੰ ਤੜੱਕਾ ਚੱਕ ਦੋ ਧਰ ਲਓ ਆ ਗਏ, ਕੁਛ ਨਹੀਂ ਨਿਕਲਣਾ ਬਾਈ। ਮੈਨੂੰ ਇੱਕ ਚੀਜ਼ ਦੱਸੋ, ਤੁਹਾਨੂੰ ਇੰਜ ਲੱਗਦਾ ਹੈ ਕਿ ਜਿਹੜੀ ਸਿਆਸੀ ਪਾਰਟੀਆਂ ਮੁਜ਼ਾਹਰੇ ਕਰਦੀਆਂ ਨੇ, ਪ੍ਰੋਟੈਸਟ ਕਰਦੀਆਂ ਨੇ, ਤੁਹਾਡੇ ਜਿਹੜੇ ਧਰਨੇ ਕਿਸਾਨਾਂ ਦੇ ਹੱਕ 'ਚ ਹੁੰਦੇ ਨੇ ਉਹ ਹਾਈਜੈਕ ਹੁੰਦੇ ਨੇ? ਰਾਹੁਲ ਗਾਂਧੀ ਸਾਹਿਬ 3 ਦਿਨਾਂ ਲਈ ਆ ਚੁੱਕੇ ਹੋਏ ਨੇ ਇੱਥੇ। ਅੱਛਾ ਭਾਈ ਜੀ, ਆਏ ਆ ਜਦੋਂ ਤੱਕ ਲੋਕਾਂ ਨੂੰ ਅਵੇਅਰਨੈਸ ਨਹੀਂ ਵੰਡੋਗੇ ਨਾ, ਜਦੋਂ ਤੱਕ ਪ੍ਰੋਪੇਗੈਂਡਾ ਪੋਲਿਟਿਕਸ ਹੀ ਖੇਡੀ ਜਾਓਗੇ, ਲੋਕਾਂ ਨੂੰ ਜੇ ਅਵੇਅਰ ਕਰੋਗੇ, ਜੋ ਕੀਤਾ ਹੀ ਨਹੀਂ ਗਿਆ। 70 ਸਾਲ 75 ਸਾਲ ਹੋ ਗਏ ਲੋਕਾਂ ਨੂੰ ਪ੍ਰੋਪੇਗੈਂਡਾ ਪੋਲਿਟਿਕਸ 'ਚ ਘੁਮਾਈ ਫਿਰਦੇ ਆ, ਚਾਹੇ ਉਹ ਕਾਂਗਰਸ ਆ, ਚਾਹੇ ਬੀਜੇਪੀ ਆ, ਚਾਹੇ ਕੋਈ ਖੇਤਰੀ ਪਾਰਟੀ ਆ ਸਾਡੀ। ਇਸ ਕਰਕੇ ਲੋਕਾਂ ਨੂੰ ਪਹਿਲਾਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਤਾਂ ਇਸ ਕਰਕੇ ਲੋਕਾਂ ਨੂੰ ਪਹਿਲਾਂ ਜਾਗਰੂਕ ਕਰਨਾ ਪਊਗਾ। ਜਦੋਂ ਤੱਕ ਤੁਹਾਨੂੰ ਤੁਹਾਡੇ ਹੱਕ ਹੀ ਨਹੀਂ ਪਤਾ, ਤੁਹਾਡੀਆਂ ਮੰਗਾਂ ਦਾ ਕੀ ਪਤਾ ਹੋਊ ਤੁਹਾਨੂੰ। ਸੋ ਬੜੀਆਂ ਬੇਸਿਕਸ ਦੀਆਂ ਗੱਲਾਂ, ਕੋਈ ਬਾਹਲੀਆਂ ਔਖੀਆਂ ਗੱਲਾਂ ਨਹੀਂ ਆ। ਕੱਲ ਤੁਹਾਡਾ ਲਾਈਵ ਦੇਖ ਰਿਹਾ ਸੀਗਾ, ਹੁਣ ਉਹਦੇ 'ਚ ਇੰਜ ਲੱਗਦਾ ਸੀ ਤੁਹਾਡੀ ਮੁਖਾਲਫਤ 'ਚ ਲੋਕ ਉਤਰੇ ਹੋਏ ਨੇ। ਇਹ ਲੋਕ ਕੌਣ ਨੇ ਜਿਹੜੇ ਤੁਹਾਡੇ ਰਸਤੇ ਦੇ ਕੰਢੇ ਲੱਗਦੇ ਤੁਹਾਨੂੰ? ਨਹੀਂ, ਮੇਰਾ ਕੋਈ ਰਸਤਾ ਨਹੀਂ ਹੈ। ਮੇਰਾ ਰਸਤਾ ਤਾਂ ਹੈਗਾ, ਸੰਘਰਸ਼ ਦਾ ਰਸਤਾ ਤਾਂ ਮੰਨੋਗੇ ਨਹੀਂ? ਨਹੀਂ, ਰਸਤਾ ਮੇਰਾ ਉਹੀ ਆ ਜਿਹੜਾ ਸਰਬੱਤ ਦੇ ਭਲੇ ਦਾ ਰਸਤਾ ਮੇਰਾ ਉਹੀ ਹੈ ਜਿਹੜਾ ਤੁਸੀਂ ਵੀ ਚਾਹੁੰਦੇ ਹੋ ਤੇ ਮੈਂ ਵੀ ਚਾਹਣਾ। ਸਾਡੇ ਪੰਜਾਬ ਦਾ ਕੁਝ ਹੋ ਜੇ, ਸਾਡੇ ਧਰਤੀ ਦਾ ਕੁਝ ਹੋ ਜੇ। ਹੁਣ ਲੋਕ ਉਹਨਾਂ ਨੇ ਬਹੁਤ ਸਫ਼ਰ ਕਰ ਲਿਆ ਸੀ, ਬਹੁਤ ਭੁਗਤ ਲਿਆ, ਬਹੁਤ ਅਸੀਂ ਲੜ ਲਏ ਆਪਸ 'ਚ, ਜਾਤ ਪਾਤ ਤੇ ਲੜ ਲਏ, ਵਿਚਾਰਧਾਰਾਵਾਂ ਤੇ ਲੜ ਲਏ, ਆਰਥਿਕ ਤੌਰ ਤੇ ਪਛੜੇ ਹੋਇਆਂ ਨੂੰ ਦਬਾ ਲਿਆ। ਇਹਨਾਂ ਗੱਲਾਂ ਤੋਂ ਉੱਠੀਏ ਬਾਈ। ਲੋਕੀ ਨਾ ਤੁਹਾਡੇ ਤੇ ਬਹੁਤ ਯਕੀਨ ਕਰਦੇ ਪਏ ਆ। ਮੈਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਲੜਦੇ ਹੋਏ ਵੇਖਿਆ, ਜਦੋਂ ਇੱਕ ਅਫਵਾਹ ਜੀ ਉੜੀ ਕਿ ਕਲਾਕਾਰਾਂ ਦੇ ਵਿਚਕਾਰ ਕੋਈ ਲਕੀਰ ਖਿੱਚੀ ਗਈ ਹੈ ਕਿ ਇਦਾਂ ਨਾ ਕਰੋ ਪਲੀਜ਼, ਤੁਸੀਂ ਸਾਡੇ ਰਹਿਨੁਮਾ ਬਣੋ, ਇਸ ਤਰ੍ਹਾਂ ਦੀਆਂ ਚੀਜ਼ਾਂ। ਲੋਕੀ ਇੰਨਾ ਕਿ ਯਕੀਨ ਕਰਦੇ ਪਏ ਨੇ ਕਿ ਜੇ ਤੁਸੀਂ ਸਿਆਸਤ ਦੇ ਵਿੱਚ ਆ ਜਾਓ ਨਾ, ਲੀਡਰ ਬਣ ਜਾਓ ਜਾਂ ਪੋਲੀਟੀਸ਼ੀਅਨ ਬਣ ਜਾਓ, ਤਾਂ ਉਹ ਕਹਿੰਦੇ ਨੇ ਕਿ ਦੀਪ ਸਿੱਧੂ ਸਾਡਾ ਭਲਾ ਕਰ ਦੇਣਗੇ। ਕੋਈ ਸੋਚ ਹੈਗੀ ਹੈ। ਅਕਸਰ ਜਿਹੜੇ ਕਲਾਕਾਰ ਹੁੰਦੇ ਨੇ ਇਸ ਸਵਾਲ ਤੋਂ ਭੱਜਦੇ ਨੇ, ਉਹਨਾਂ ਨੂੰ ਲੱਗਦਾ ਕਿ ਕੰਟਰੋਵਰਸੀ ਕ੍ਰੀਏਟ ਨਾ ਹੋ ਜਾਏ। ਲੇਕਿਨ ਕਿਹਾ ਇਹ ਵੀ ਜਾਂਦਾ ਹੈ ਕਿ ਕਾਨੂੰਨ ਜਿਹੜੇ ਹੈਗੇ ਨੇ ਸੰਸਦਾਂ ਦੇ ਵਿੱਚ ਬੈਠ ਕੇ ਬਣਦੇ ਨੇ। ਜੇ ਅਸੀਂ ਉੱਥੇ ਤੱਕ ਨਹੀਂ ਪਹੁੰਚਾਂਗੇ ਤਾਂ ਫਿਰ ਲੋਕਾਂ ਦਾ ਭਲਾ ਕਿਵੇਂ ਕਰਾਂਗੇ? ਦੇਖੋ, ਗੱਲ ਤੁਹਾਡੀ ਸਹੀ ਹੈ ਵੀ ਜਦੋਂ ਤੱਕ ਤੁਹਾਡੀ ਸ਼ਮੂਲੀਅਤ ਨਹੀਂ ਹੋਊਗੀ ਪਾਲਿਸੀ ਮੇਕਿੰਗ 'ਚ, ਉਦੋਂ ਤੱਕ ਤੁਸੀਂ ਜੇ ਕਹੋ ਵੀ ਅਸੀਂ ਚੇਂਜ ਲਿਆ ਸਕੀਏ ਤਾਂ ਨਹੀਂ ਲਿਆ ਸਕੋਗੇ। ਇੱਕ ਐਕਟਿਵਿਜ਼ਮ ਦੀ ਜਾਂ ਸੋਸ਼ਲ ਵਰਕਰ ਦੀ ਇੱਕ ਸੀਮਤਾਈ ਹੁੰਦੀ ਹੈ, ਇੱਕ ਲਿਮਿਟੇਸ਼ਨ ਹੁੰਦੀ ਹੈ। ਤੁਹਾਨੂੰ ਹੋ ਸਕਦਾ ਮੇਨ ਸਟ੍ਰੀਮ ਪੋਲਿਟਿਕਸ 'ਚ ਆਉਣਾ ਪਵੇ, ਪਰ ਮੇਰੇ ਇਕੱਲੇ ਦੇ ਆਏ ਨਾਲ ਵੀ ਫਰਕ ਨਹੀਂ ਪੈਣਾ। ਸਾਨੂੰ ਕੋਈ ਇਹੋ ਜਿਹਾ ਬਦਲ, ਕੋਈ ਇਹੋ ਜਿਹਾ ਧੜਾ ਲੋਕਾਂ ਨੂੰ ਹੀ ਖੜਾ ਕਰਨਾ ਪੈਣਾ। ਮੈਂ ਜੇ ਕਹਾਂ ਮੈਂ ਦੇ ਦੂੰਗਾ, ਨਹੀਂ। ਇਹ ਲੋਕਾਂ ਦਾ, ਇਹ ਲਹਿਰਾਂ 'ਚੋਂ ਹੀ ਨਿਕਲਦੇ ਹੁੰਦੇ ਆ, ਲੋਕ ਹੀ ਕੱਢਦੇ ਹੁੰਦੇ ਆ। ਜਿਹੜਾ ਲੋਕਾਂ ਦੀ ਗੱਲ ਕਰੇ, ਲੋਕਾਂ ਨੂੰ ਉਹਦੇ 'ਚ ਵਿਸ਼ਵਾਸ ਹੋਵੇ, ਭਰੋਸਾ ਹੋਵੇ ਤੇ ਉਹਦੇ ਤੇ ਆਸ ਹੋਵੇ ਤੇ ਟੁੱਟੇ ਨਾ। ਸਾਡੀਆਂ ਆਸਾਂ ਭਰੋਸਾ ਇਹ ਟੁੱਟਦੀਆਂ ਹੀ ਬੜੀਆਂ ਰਹੀਆਂ, ਸਾਡੇ ਨਾਲ ਗਦਾਰੀਆਂ ਹੀ ਬੜੀਆਂ ਹੁੰਦੀਆਂ ਰਹੀਆਂ। ਹੁਣ ਅਸੀਂ ਸੱਚੇ ਬੰਦਿਆਂ ਨੂੰ ਇੰਨੀਆਂ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਗਏ ਵੀ ਅੱਛਾ ਯਾਰ ਐਂ ਵੀ ਹੋ ਸਕਦਾ, ਸੱਚਾ ਬੰਦਾ ਵੀ ਹੋ ਸਕਦਾ। ਨਹੀਂ ਨਹੀਂ ਨਹੀਂ, ਇਹ ਗੱਲ ਨਹੀਂ ਹੋ ਸਕਦੀ। ਇਹ ਮਾਨਸਿਕਤਾ ਹੀ ਕਿਤੇ ਹੋਰ ਤੁਰ ਗਈ ਸਾਡੀ। ਮੈਨੂੰ ਇੱਕ ਉਤਸੁਕਤਾ, ਐਕਸਾਈਟਮੈਂਟ ਸੀਗੀ। ਮੈਂ ਤੁਹਾਨੂੰ ਦੇਖ ਰਿਹਾ ਸੀ, ਤੁਸੀਂ ਡਾਇਰੀ ਤੇ ਕੁਝ ਨੋਟ ਕਰ ਰਹੇ ਹੋ। ਇਹ ਡਾਇਰੀ ਤੇ ਕੀ ਨੋਟ ਕਰਦੇ ਹੋ ਤੁਸੀਂ? ਭਗਤ ਸਿੰਘ ਜੀ ਵੀ ਲਿਖਿਆ ਕਰਦੇ ਸੀਗੇ, ਤਾਂ ਤੁਹਾਡੀ ਸੋਚ ਕਿਤੇ ਨਾ ਕਿਤੇ ਮੇਲ ਖਾਂਦੀ ਹੈ। ਡਾਇਰੀ ਤੇ ਕੀ ਲਿਖਦੇ ਹੋ? ਮੇਰੀ ਡਾਇਰੀ ਤੇ ਜੋ ਮੈਂ ਲਿਖਦਾ ਜੀ, ਮੈਨੂੰ ਜੇ ਕਿਤੇ ਕੋਈ ਗੱਲ ਚੰਗੀ ਲੱਗਦੀ ਆ ਉਹ ਲਿਖ ਲੈਣਾ, ਕੋਈ ਮੈਨੂੰ ਸੋਚ ਮੇਰੇ ਮਨ 'ਚ ਕੋਈ ਉਭਾਰ ਆ ਜਾਂਦਾ ਉਹ ਲਿਖ ਦੇਣਾ। ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਕਿ ਕਿਹੜੀ ਸੋਚ ਚੰਗੀ ਲੱਗੀ ਜੋ ਤੁਸੀਂ ਇਹਦੇ ਤੇ ਲਿਖੀ। ਮੈਂ ਪਹਿਲੀ ਗੱਲ ਹੀ ਲਿਖੀ, ਪਹਿਲਾਂ ਏਕਮਕਾਰ ਵਾਇਆ, ਉਸ ਤੋਂ ਬਾਅਦ ਲਿਖੀ ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਜ਼ਖਮੀ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛੱਲ ਨਹੀਂ ਰੁਕਦੀ। ਸੋ ਜਿਹੜੀ ਇਹ ਗੱਲ ਆ ਨਾ, ਸੋ ਇਹ ਤੁਹਾਡੀ ਇਨਸਪੀਰੇਸ਼ਨ ਹੁੰਦੀ ਆ, ਕਿਉਂਕਿ ਹਿਊਮਨ, ਵਾਹਿਗੁਰੂ ਜੀ ਕੀ ਫਤਿਹ, ਹਿਊਮਨ ਮਾਈਂਡ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ। ਹਰ ਗੱਲ ਹਰ ਸਮੇਂ ਤੁਸੀਂ ਯਾਦ ਨਹੀਂ ਰੱਖ ਸਕਦੇ।
ਤੁਹਾਨੂੰ ਕਿਤੇ ਨਾ ਕਿਤੇ ਕੋਈ ਆਪਦਾ ਖਰੜਾ ਤਿਆਰ ਕਰਨਾ ਪੈਂਦਾ ਹੁੰਦਾ। ਸੋ ਨਾਲ ਨਾਲ ਮੇਰੇ ਚੱਲਦੀਆਂ ਰਹਿੰਦੀਆਂ ਇਹ ਗੱਲਾਂ। ਮੇਰਾ ਸਵਾਲ ਸੀਗਾ, ਇੱਥੇ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਦੇਖੀ, ਮੈਂ ਅੰਬੇਦਕਰ ਸਾਹਿਬ ਦੀਆਂ ਇੱਥੇ ਫੋਟੋ ਲੱਗੀ ਦੇਖੀ, ਮੈਂ ਮਹਾਤਮਾ ਗਾਂਧੀ ਜੀ ਦੀ ਫੋਟੋ ਨਹੀਂ ਦੇਖੀ। ਇੱਥੇ ਸੱਤਿਆਗ੍ਰਹਿ ਚੱਲਦਾ ਪਿਆ ਤੇ ਕਿਤੇ ਨਾ ਕਿਤੇ ਸਾਨੂੰ ਉਹਨਾਂ ਕੋਲੋਂ ਵੀ ਸੰਸਕਾਰ ਮਿਲੇ, ਉਹਨਾਂ ਦੇ ਪਿੱਛੇ ਕੋਈ ਖਾਸ ਵਜ੍ਹਾ ਹੈਗੀ ਹੈ? ਨਹੀਂ ਦੇਖੋ, ਵਜ੍ਹਾ ਨਹੀਂ, ਮਹਾਤਮਾ ਇਸ ਕਰਕੇ ਨਹੀਂ ਹੈ ਕਿਉਂਕਿ ਉਹਨਾਂ ਨੇ ਰਾਸ਼ਟਰਵਾਦ ਨੂੰ ਬਹੁਤ ਵੱਡੇ ਤੌਰ ਤੇ ਪ੍ਰਮੋਟ ਕੀਤਾ। ਰਾਸ਼ਟਰਵਾਦ ਨੂੰ ਪ੍ਰਮੋਟ ਕਰਨਾ ਇਸ ਖਿੱਤੇ 'ਚ ਜਿੱਥੇ ਏਡੀ ਵੱਡੀ ਵੰਨ-ਸੁਵੰਨਤਾ, ਜਿਹੜੀ ਇੱਕ ਟੈਰੀਟੋਰੀਅਲ ਸਪੇਸ ਇਹੋ ਜਿਹੀ ਆ। ਮਹਾਤਮਾ ਗਾਂਧੀ ਜੀ ਨੇ ਰਾਸ਼ਟਰਵਾਦ ਨੂੰ ਪ੍ਰਮੋਟ ਕੀਤਾ ਜਾਂ ਆਰਐਸਐਸ ਨੇ ਕੀਤਾ? ਨਹੀਂ ਜੀ, ਮਹਾਤਮਾ ਗਾਂਧੀ ਜੀ ਨੇ ਕਿਵੇਂ ਕੀਤਾ? ਤੁਸੀਂ ਦੇਖੋ, ਇੱਕ ਨਾ ਰਾਉਂਡ ਟੇਬਲ ਕਾਨਫਰੰਸ ਹੋਈ ਆ ਪੂਨੇ। ਰਾਉਂਡ ਟੇਬਲ ਕਾਨਫਰੰਸਿਸ ਹੁੰਦੀਆਂ ਸੀ ਜਿੱਥੇ ਇੰਡੀਅਨ ਕਨਸਟੀਟਿਊਸ਼ਨ ਨੂੰ ਡਿਸਾਈਡ ਕਰਦੇ ਸੀ, ਜਿੱਥੇ ਸਾਡਾ ਸਮਾਜ ਕਿਹੋ ਜਿਹਾ ਸਿਰਜਣਾ ਉੱਥੇ ਡਿਸਾਈਡ ਕਰਦੇ ਸੀ। ਉੱਥੇ ਇੱਕ ਗੱਲ ਨਿਕਲ ਕੇ ਆਈ, ਡਾਕਟਰ BR ਅੰਬੇਦਕਰ ਕਹਿੰਦੇ ਸੀ ਵੀ ਜੇ ਤੁਸੀਂ ਇਹ ਸੋਚਦੇ ਹੋ ਵੀ ਜਿਹੜੇ ਦਬੇ ਕੁਚਲੇ ਲੋਕ ਆਰਥਿਕ ਤੌਰ ਤੇ ਜਾਂ ਦਲਿਤ ਆ, ਇਹਨਾਂ ਨੂੰ ਤੁਸੀਂ ਪ੍ਰੀਤੀ ਭੋਜ ਕਰਕੇ ਜਾਂ ਇੰਟਰਕਾਸਟ ਮੈਰਿਜ ਕਰਕੇ ਉੱਤੇ ਚੱਕ ਲਓਗੇ, ਇਹ ਨਹੀਂ ਹੋਣਾ। ਤੁਹਾਨੂੰ ਇਹਨਾਂ ਨੂੰ ਜੇ ਉੱਤੇ ਚੱਕਣਾ ਤਾਂ ਪਹਿਲੀ ਗੱਲ ਜਿਹੜੀਆਂ ਗ੍ਰੰਥਾਂ 'ਚ ਦਰਜਾ ਬਜ਼ਾਰਜੀ ਪਈ ਹੈ ਨਾ, ਜਿੱਥੇ ਸ਼ੂਦਰ, ਕਸ਼ਤਰੀਆ, ਬ੍ਰਾਹਮਣ, ਉਹ ਸਾਰੀਆਂ ਚੀਜ਼ਾਂ ਪਈਆਂ, ਇੱਥੇ ਮੰਨ ਲਓ ਕੋਈ ਹੋਰ ਵੀ, ਉਹਨਾਂ ਚੀਜ਼ਾਂ ਦਾ ਖੰਡਨ ਕਰਨਾ ਪੈਣਾ ਪੂਰਨ ਤੌਰ ਤੇ। ਫਿਰ ਤੁਹਾਨੂੰ ਇਹ ਇਕੱਲੀ ਰਿਜ਼ਰਵੇਸ਼ਨ ਨਾਲ ਨਹੀਂ ਸਿਰਨਾ। ਰਿਜ਼ਰਵੇਸ਼ਨ ਨੇ ਕੁਛ ਨਹੀਂ ਦੇਣਾ ਇਹਨਾਂ ਨੂੰ, ਨਾਲ ਤੁਹਾਨੂੰ ਸੈਪਰੇਟ ਇਲੈਕਟੋਰੇਟ ਦੇਣਾ ਪੈਣਾ। ਇਹ ਗੱਲ ਦਾ ਵਿਰੋਧ ਮਹਾਤਮਾ ਗਾਂਧੀ ਜੀ ਨੇ ਕੀਤਾ। ਉਹ ਕਹਿੰਦੇ ਵੀ ਜੀ ਸੈਪਰੇਟ ਇਲੈਕਟੋਰੇਟ ਨਹੀਂ ਦੇ ਸਕਦੇ, ਪਰ ਅੰਬੇਦਕਰ, ਡਾਕਟਰ BR ਅੰਬੇਦਕਰ ਕਹਿੰਦੇ ਵੀ ਜੇ ਤੁਸੀਂ ਸੈਪਰੇਟ ਇਲੈਕਟੋਰੇਟ ਨਹੀਂ ਦਿਓਗੇ ਨਾ, ਫਿਰ ਤੁਸੀਂ ਦਲਿਤ ਸਮਾਜ ਦੇ ਲੀਡਰ ਵੀ ਉਹੋ ਜਿਹੇ ਹੀ ਚੱਕੋਗੇ ਜਿਹੜੇ ਤੁਹਾਡੀ ਸੋਚ ਨਾਲ ਮੇਲ ਖਾਂਦੇ ਹੋਣ, ਤੇ ਸਮਾਜ ਦੀ ਦਰਜਾ ਬਦਰਜੀ ਤੇ ਵੰਡ ਵੱਡੀ ਹੋਊਗੀ, ਘਟਣੀ ਨਹੀਂ। ਤੇ 50-70 ਸਾਲਾਂ ਬਾਅਦ ਜੇ ਅਸੀਂ ਦੇਖਦੇ ਹਾਂ ਤਾਂ ਡਾਕਟਰ BR ਅੰਬੇਦਕਰ ਦੀ ਗੱਲ ਸੱਚ ਹੋ ਜਾਂਦੀ ਹੈ, ਹਨਾ? ਉਹ ਹੌਲੀ ਹੌਲੀ ਸੱਚ ਹੁੰਦੀ ਗਈ। ਜਿਹੜੀ ਗੱਲ ਮਹਾਤਮਾ ਗਾਂਧੀ ਜੀ ਸਤਿਕਾਰਯੋਗ ਆ, ਪਰ ਉਹਨਾਂ ਨੇ ਉਦੋਂ ਨਹੀਂ ਸਮਝੀ, ਉਦੋਂ ਜਵਾਹਰ ਲਾਲ ਨਹਿਰੂ ਜੀ ਨੇ ਵੀ ਨਹੀਂ ਸਮਝੀ ਗੱਲ। ਇਸ ਕਰਕੇ ਮੇਰੇ ਆਦਰਸ਼ ਆ ਜਿਹੜੇ, ਉਹ ਡਾਕਟਰ BR ਅੰਬੇਦਕਰ ਸਾਹਿਬ ਨਾਲ ਮਿਲਦੇ ਆ, ਜਾਂ ਸਰਦਾਰ ਕਰਤਾਰ ਸਿੰਘ ਸਰਾਭਾ ਨਾਲ ਮਿਲਦੇ ਆ, ਸਰਦਾਰ ਭਗਤ ਸਿੰਘ ਨਾਲ ਮਿਲਦੇ ਆ, ਕਿਉਂਕਿ ਸਾਨੂੰ ਇਹਨਾਂ ਸਾਰੇ ਬੰਦਿਆਂ ਨੇ ਪੁਰਾਣੇ ਰੀਤੀ ਰਿਵਾਜਾਂ ਦਾ, ਪੁਰਾਣੇ ਸਿਸਟਮ ਦਾ ਪੂਰਨ ਤੌਰ ਤੇ ਖੰਡਨ ਕੀਤਾ ਸੀ, ਜਿਵੇਂ ਮਹਾਤਮਾ ਬੁੱਧ ਨੇ ਕੀਤਾ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ। ਦੇਖੋ ਉੱਥੇ ਇੱਕ ਡਾਕਟਰ BR ਅੰਬੇਦਕਰ ਦੀ ਲਾਈਨ ਲਿਖੀ ਹੋਈ ਆ। ਉਹਨਾਂ ਨੇ ਲਿਖਿਆ, ਉਹਨਾਂ ਨੇ ਇਹ ਕਿਹਾ ਜਾਂਦਾ ਵੀ ਕਨਸਟੀਟਿਊਸ਼ਨ ਸਾਜੀ ਆ, ਸਿਰਜੀ ਆ, ਹੋਰ ਵੀ ਬਹੁਤ ਬੰਦਿਆਂ ਦੀ ਉਹਦੇ 'ਚ ਕੰਟਰੀਬਿਊਸ਼ਨ ਰਹੀ ਆ, ਪਰ ਉਹਨਾਂ ਨੇ ਇੱਕ ਗੱਲ ਕਹੀ, the day I see constitution is misused, I will be the first one to burn it. Today we are at a stage when we need to actually question the foundation or the formation of our constitution as well. ਸਾਨੂੰ fundamental rights ਦੀ ਕੁਐਸਚਨ ਕਰਨਾ ਪਊਗਾ, ਸਾਨੂੰ ਫੈਡਰਲਿਜ਼ਮ ਦਾ ਕੁਐਸਚਨ ਕਰਨਾ ਪਊਗਾ, ਸਾਨੂੰ ਸੈਕੂਲਰਿਜ਼ਮ ਦਾ ਕੁਐਸਚਨ ਕਰਨਾ ਪਊਗਾ, ਸਾਨੂੰ ਡੈਮੋਕ੍ਰੈਟਿਕ ਸਿਸਟਮ ਤੇ ਵੀ ਕੁਐਸਚਨ ਕਰਨਾ ਪਊਗਾ। ਬਾਈ ਤੁਹਾਡੇ ਵਰਗੇ ਬੰਦਿਆਂ ਦੀ ਇੱਕ ਨਿਰਪੱਖ ਜਰਨਲਿਜ਼ਮ ਦੀ ਬਹੁਤ ਜ਼ਰੂਰਤ ਹੈ ਇਹ ਸਾਰਾ ਕੁਝ ਕਰਨ ਵਾਸਤੇ। ਮੈਨੂੰ ਇੱਕ ਚੀਜ਼ ਦੱਸੋ, ਆਖਰੀ ਸਵਾਲ ਹੈ ਮੇਰਾ, ਮੈਨੂੰ ਥੋੜਾ ਜਿਹਾ ਅਫਸੋਸ ਹੋਇਆ, ਮੈਂ 2-3 ਲੋਕਾਂ ਨਾਲ ਗੱਲਬਾਤ ਕੀਤੀ, ਉਹ ਇੱਥੇ ਸੀਗੇ ਧਰਨੇ ਤੇ, ਮੈਂ ਉਹਨਾਂ ਨੂੰ, ਉਹ ਮੈਨੂੰ ਆ ਕੇ ਕਹਿੰਦੇ ਕਿ ਭਾਜੀ ਇਹ ਧਰਨਿਆਂ ਦਾ ਕੀ ਫਾਇਦਾ, ਕੋਈ ਮਤਲਬ ਨਹੀਂ ਨਿਕਲਦਾ ਪਿਆ, ਕੋਈ ਰਿਜ਼ਲਟ ਨਹੀਂ ਨਿਕਲੇਗਾ, ਹਾਰ ਕੇ ਅਸੀਂ ਇੱਥੋਂ ਚਲੇ ਜਾਵਾਂਗੇ। ਮੇਰਾ ਜਵਾਬ ਉਹਨਾਂ ਨੂੰ ਸੀਗਾ, ਫਿਰ ਇੱਥੇ ਕਰਦੇ ਕੀ ਪਿਓ, ਜਾਓ ਆਪਣੇ ਘਰੇ। ਇਹ ਲੋਕਾਂ ਦੀ ਸੋਚ ਹੈਗੀ ਹੈ, ਬਹੁਤ ਸਾਰੇ ਲੋਕਾਂ ਦੀ ਇਹ ਸੋਚ ਹੈਗੀ ਹੈ ਕਿ ਇਹ ਧਰਨਿਆਂ ਦੇ ਨਾਲ, ਮੁਜ਼ਾਹਰਿਆਂ ਨਾਲ ਕੀ ਹੋਏਗਾ, ਕੋਈ ਰਿਜ਼ਲਟ ਕੀ ਨਿਕਲੇਗਾ, ਕੇਂਦਰ ਤੱਕ ਜਵਾਬ ਕਿਸ ਤਰ੍ਹਾਂ ਜਾਏਗਾ। ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸਮਝਾਉਣਾ ਚਾਹੋ ਤਫਸੀਲ ਦੇ ਨਾਲ, ਤਾਂ ਦੱਸੋ। ਦੇਖੋ, ਪਹਿਲੀ ਗੱਲ ਤਾਂ ਆਪਾਂ ਇਹੋ ਜੀ ਸਟ੍ਰੈਟੇਜਿਕ ਲੋਕੇਸ਼ਨ ਚੁਣੀ ਆ ਜਿੱਥੋਂ 4 ਸਟੇਟ ਤੁਹਾਡੇ ਨਾਲ ਜੁੜਦੇ ਆ, ਹਰਿਆਣਾ, ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਨਾ? ਹੁਣ ਇਹ ਚਾਰੇ ਸਟੇਟਾਂ ਨੂੰ ਲਾਮਬੰਦ ਕਰਨਾ, ਇਹ ਬੜੀ ਸਟ੍ਰੈਟੇਜਿਕ ਲੋਕੇਸ਼ਨ ਆ।
ਫਿਰ ਸਾਡੇ ਕੋਲੇ ਨੈਸ਼ਨਲ ਮੀਡੀਆ ਨੂੰ ਅਪਰੋਚ ਕਰਨ ਵਾਸਤੇ ਚੰਡੀਗੜ੍ਹ ਸਾਡੇ ਕੋਲੇ ਨੈਸ਼ਨਲ ਮੀਡੀਆ ਬੈਠਾ। ਉਹਨਾਂ ਨੂੰ ਜੇ ਅਸੀਂ ਆਪਦੀ ਗੱਲ ਪਹੁੰਚਾਉਣੀ ਆ, ਉਹਨਾਂ ਨੂੰ ਇਨਵਾਈਟ ਕਰਨਾ, ਦਿਸ ਇਜ਼ ਅ ਬੈਸਟ ਲੋਕੇਸ਼ਨ। ਅਗਲੀ ਗੱਲ, ਇੱਥੋਂ ਸਾਰੇ NRIs ਨੇ ਜਾਣਾ, ਸਾਰੇ ਬੰਦਿਆਂ ਨੇ ਜਾਣਾ। ਸਾਡਾ ਨੈਰੇਟਿਵ ਸੈੱਟ ਹੋਣਾ। ਧਰਨਿਆਂ ਦਾ ਮਤਲਬ ਕੀ ਹੁੰਦਾ? ਆਪਦਾ ਨੈਰੇਟਿਵ ਸੈੱਟ ਕਰਨਾ। ਸਾਡੀ ਗੱਲ ਇੱਕ ਸੈੱਟ ਕਰਕੇ ਸਟੇਟ ਦੇ ਅਗੇਂਸਟ, ਸਰਕਾਰਾਂ ਦੇ ਅਗੇਂਸਟ ਸੰਘਰਸ਼ ਆ। ਸਾਡਾ ਨੈਰੇਟਿਵ ਸੈੱਟ ਹੋਣਾ ਬਹੁਤ ਜ਼ਰੂਰੀ ਹੁੰਦਾ। ਇਹੀ ਗੱਲ ਹੁੰਦੀ ਆ, ਬੁਲਾਰੇ ਆਉਂਦੇ ਆ, ਬੋਲਦੇ ਆ, ਸੰਬੋਧਨ ਕਰਦੇ ਆ, ਤੁਸੀਂ ਆ ਕੇ ਰਿਕਾਰਡ ਕਰਦੇ ਹੋ ਤੇ ਸਾਡਾ ਨੈਰੇਟਿਵ ਲੋਕਾਂ ਤਾਈਂ ਪਹੁੰਚਾਉਣੇ ਆ। ਅਗਲੀ ਗੱਲ ਜਿਹੜੀ ਇੰਪੋਰਟੈਂਟ ਆ, ਇਹਦੇ ਨਾਲ ਨਾਲ ਸਾਡਾ ਪਲਾਨ B, ਪਲਾਨ C ਸਭ ਚੱਲਦਾ। ਕੀ ਆ ਉਹ? ਅਸੀਂ ਹਰਿਆਣੇ ਨੂੰ ਇਨਵਾਈਟ ਕੀਤਾ। ਹਰਿਆਣਾ ਦੇ ਸਪੀਕਰ ਆ ਕੇ ਕਿਸਾਨਾਂ ਦੇ ਆਗੂ ਸੰਬੋਧਨ ਕਰ ਰਹੇ ਸੀ। ਸਾਡੇ ਨਾਲ ਉਹ ਵੀ ਜੁੜਨਗੇ, ਸਾਡੇ ਨਾਲ ਰਾਜਸਥਾਨ ਵੀ ਜੁੜੂ, ਸਾਡੇ ਨਾਲ MP ਵੀ ਜੁੜੂ, ਸਾਡੇ ਨਾਲ ਬਿਹਾਰ ਵੀ ਜੁੜੂ, ਬੰਗਾਲ ਵੀ ਜੁੜੂ, ਤਾਮਿਲਨਾਡੂ ਵੀ ਜੁੜੂ। ਜਦੋਂ ਐਡੀ ਵੱਡੀ ਲਾਮਬੰਦੀ ਹੋਗੀ, ਮਹਾਰਾਸ਼ਟਰ ਵੀ ਜੁੜੂ, ਗੁਜਰਾਤ ਵੀ ਜੁੜੂ, ਫੇਰ ਦਿੱਲੀ ਘੇਰੀ ਜਾਊਗੀ। ਇਹ ਸਾਰੇ ਮੋਰਚੇ ਲੜਨੇ ਪੈਂਦੇ ਹੁੰਦੇ ਆ। ਹਰ ਮੋਰਚੇ ਤੇ ਸਾਨੂੰ ਇਨਫੋਰਸਮੈਂਟ ਆਪਦੀ ਫੌਜ ਲਾਉਣੀ ਪੈਂਦੀ ਆ। ਹਰ ਮੋਰਚੇ ਨੂੰ ਲੜਨਾ ਪੈਂਦਾ, ਕਾਨੂੰਨੀ ਲੜਾਈ ਵੀ ਲੜਨੀ ਪੈਂਦੀ ਆ। ਇਸ ਕਰਕੇ ਹਤਾਸ਼ ਨਾ ਹੋ, ਲੜਾਈ ਲੰਬੀ ਆ, ਨਾਲ ਚੱਲੋ। ਆਪਾਂ ਹਰ ਮੋਰਚੇ ਤੇ ਲੜਾਈ ਜਿੱਤਣੀ ਆ, ਬੜੀ ਵਿਉਂਤ ਨਾਲ, ਬੜੀ ਸਟ੍ਰੈਟਜੀ ਨਾਲ ਜਿੱਤਣੀ ਪੈਣੀ ਆ ਜੀ। ਅਮੀਨ ਸਾਹਿਬ ਇੱਕ ਸ਼ਾਇਰ ਹੋਏ ਨੇ, ਉਹਨਾਂ ਨੇ ਆਪਣੀ ਕੈਫੀਅਤ ਦੇ ਵਿੱਚ ਇੱਕ ਸ਼ੇਰ ਕਿਹਾ ਸੀਗਾ, ਸ਼ਾਹ ਜ਼ੋਰ ਆਪਣੇ ਜ਼ੋਰ पे गिरता है मिसले बरक, वो तिफल क्या गिरेगा जो खुद घुटनों के बल चले। ਦੋਸਤੋ ਇਹ ਦੀਪ ਸਿੱਧੂ ਸਾਹਿਬ ਨੇ ਮੋਰਚਾ ਸਾਂਭਿਆ ਹੋਇਆ। ਸਭ ਤੋਂ ਖੂਬਸੂਰਤ ਗੱਲ ਇਹ ਹੈਗੀ ਹੈ, ਕਹਿੰਦੇ ਨੇ ਕਿ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦੇਣ ਵਾਲਾ ਸ਼ਖਸ ਹਾਂ। ਇਹ ਜਿੰਨੀ ਵੀ ਜਨਤਾ ਤੁਸੀਂ ਇੱਥੇ ਵੇਖ ਰਹੇ ਹੋ, ਜਿੰਨਾ ਵੀ ਲਸ਼ਕਰ ਤੁਸੀਂ ਦੇਖ ਰਹੇ ਹੋ, ਇਹ ਕੇਂਦਰ ਦੀ ਸਰਕਾਰ ਨੂੰ ਇੱਕ ਮੈਸੇਜ ਦੇਣ ਦੇ ਲਈ ਇੱਥੇ ਇਕੱਠਾ ਹੋਇਆ ਕਿ ਜਿਹੜਾ ਕਾਲਾ ਕਾਨੂੰਨ ਤੁਸੀਂ ਪਾਸ ਕੀਤਾ ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਕੈਮਰਾ ਪਰਸਨ ਜੱਸੀ ਦੇ ਨਾਲ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।